हेलो स्टूडेंट्स। सो अज आप पढ़ांगे सबजैक्ट एलीमेंट्स ऑफ बुक कीपिंग, वोकेशनल, टैक्सेशन प्रैक्टिस, कोऑपरेशन, बेसिक फाइनैंशियल सर्विसेज। इन्हां सारे ट्रेड्स ਦੇ ਵਿੱਚ ਇਹ ਸਬਜੈਕਟ ਆ। ਅਕਾਊਂਟਸ ਵੀ ਕਹਿ ਦਿੰਦੇ ਇਹਨੂੰ। ਚੈਪਟਰ ਦਾ ਨਾਮ ਆ ਰੈਕਟੀਫਿਕੇਸ਼ਨ ਆਫ ਐਰਰਸ, ਗਲਤੀਆਂ ਨੂੰ ਸੋਧਣਾ। ਕਿ ਗਲਤੀਆਂ ਕੀ ਹੁੰਦੀਆਂ ਵਾ। ਗਲਤੀਆਂ ਨੂੰ ਸੋਧਣਾ। ਦੇਖੋ, ਜਦੋਂ ਅਸੀਂ ਅਕਾਊਂਟਿੰਗ ਕਰਦੇ ਹਾਂ, ਜਨਰਲ ਐਂਟਰੀਜ਼ ਪਾਉਂਦੇ ਹਾਂ, ਕਈ ਵਾਰ ਐਂਟਰੀਜ਼ ਆ ਜਿਹੜੀਆਂ ਉਹ ਗਲਤ ਪੈ ਜਾਂਦੀਆਂ ਵਾ। ਜਿਵੇਂ ਮੰਨ ਲਓ ਅਸੀਂ ਗੁੱਡਸ ਸੋਲਡ ਕੀਤੀਆਂ ਆਰਾਮ ਨੂੰ, ਅਤੇ ਅਸੀਂ ਰਾਮ ਦੀ ਜਗ੍ਹਾ 'ਤੇ ਗਲਤੀ ਨਾਲ ਸ਼ਾਮ ਲਿਖ ਗਏ, ਜਾਂ ਫਿਰ ਗੁੱਡਸ ਸੋਲਡ ਕੀਤੀਆਂ ਅਸੀਂ 5000 ਰੁਪਈਏ ਦੀਆਂ, ਐਂਟਰੀ ਸਾਡੇ ਕੋਲ 500 ਰੁਪਈਏ ਦੀ ਹੋ ਗਈ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਜਿਹੜੀਆਂ ਜਨਰਲੀ ਅਕਾਊਂਟਿੰਗ ਦੇ ਵਿੱਚ ਹੋ ਜਾਂਦੀਆਂ ਵਾ। ਅਤੇ ਇਸ ਚੈਪਟਰ ਦੇ ਵਿੱਚ ਅਸੀਂ ਇਹ ਦੇਖਣਾ ਵੀ ਉਹਨਾਂ ਗਲਤੀਆਂ ਨੂੰ ਅਸੀਂ ਕਿਵੇਂ ਠੀਕ ਕਰਦੇ ਹਾਂ, ਕਿਉਂਕਿ ਅਕਾਊਂਟਿੰਗ ਦੇ ਵਿੱਚ ਉਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਇੱਕ ਸਪੈਸੀਫਿਕ ਵੇ ਅਡੋਪਟ ਕੀਤਾ ਜਾਂਦਾ ਵਾ। ਵੈਸੇ ਜਨਰਲੀ ਦੇਖਿਆ ਜਾਵੇ ਤਾਂ ਜਦੋਂ ਅਸੀਂ ਗਲਤੀਆਂ ਠੀਕ ਕਰਨੀਆਂ ਹੁੰਦੀਆਂ ਵਾ, ਅਸੀਂ ਗਲਤੀਆਂ ਨੂੰ ਮਿਟਾ ਕੇ ਠੀਕ ਕਰ ਦਿੰਦੇ ਹਾਂ, ਜਾਂ ਫਿਰ ਗਲਤ ਹੋਈ ਲਿਖਾਵਟ ਨੂੰ ਖਾਰਜ ਕਰਕੇ ਕਰਨ ਤੋਂ ਬਾਅਦ ਉਹਦੇ ਉੱਤੇ ਦੁਬਾਰਾ ਲਿਖ ਕੇ ਉਹਨੂੰ ਦੂਰ ਕਰ ਦਿੰਦੇ ਹਾਂ, ਜਾਂ ਉਹਦੇ ਉੱਤੇ ਗੂੜਾ ਗੂੜਾ ਲਿਖ ਕੇ ਦੋਹਰੀ ਲਿਖਾਵਟ ਕਰਕੇ ਉਹਨੂੰ ਮਿਟਾ ਦਿੰਦੇ ਹਾਂ, ਅਤੇ ਜਾਂ ਫਿਰ ਜਿੱਥੇ ਗਲਤੀ ਹੋਈ ਹੋਵੇ ਅਸੀਂ ਉਹ ਵਰਕਾ ਹੀ ਪਾੜ ਦਿੰਦੇ ਹਾਂ ਅਤੇ ਉਹਦੀ ਜਗ੍ਹਾ ਦੇ ਉੱਤੇ ਉਹ ਅਗਲੇ ਪੇਜ 'ਤੇ ਦੁਬਾਰਾ ਉਹਨੂੰ ਲਿਖ ਦਿੰਦੇ ਹਾਂ। ਪਰ ਜਿਹੜੀ ਅਕਾਊਂਟਿੰਗ ਆ, ਇਹਦੇ ਵਿੱਚ ਇਹਨਾਂ ਉੱਪਰ ਦਿੱਤੀਆਂ ਵਿਧੀਆਂ ਵਿੱਚੋਂ ਕੋਈ ਵੀ ਵਿਧੀ ਸਹੀ ਨਹੀਂ ਮੰਨੀ ਜਾਂਦੀ, ਨਾ ਹੀ ਇਹ ਕੋਈ ਪ੍ਰਮਾਣਿਤ ਵਿਧੀ ਆ। ਸੋ ਗਲਤੀਆਂ ਨੂੰ ਸੋਧਣ ਦੇ ਲਈ ਦੋ ਵਿਧੀਆਂ ਪ੍ਰਮਾਣਿਤ ਆ। ਪਹਿਲਾ ਹੈਗਾ ਸੋਧ ਦਾ ਲੇਖਾ ਕਰਕੇ, ਦੂਜਾ ਹੈਗਾ ਵਿਆਖਿਆ ਸਹਿਤ ਨੋਟ ਲਿਖ ਕੇ। ਪਹਿਲਾ ਹੈਗਾ ਸੋਧ ਦਾ ਲੇਖਾ ਕਰਕੇ, ਦੂਜਾ ਹੈਗਾ ਵਿਆਖਿਆ ਸਹਿਤ ਨੋਟ ਲਿਖ ਕੇ। ਸੋ ਮਤਲਬ ਅਕਾਊਂਟਿੰਗ ਦੌਰਾਨ ਜਿਹੜੀਆਂ ਗਲਤੀਆਂ ਹੁੰਦੀਆਂ ਵਾ, ਉਹਨਾਂ ਗਲਤੀਆਂ ਨੂੰ ਅਸੀਂ ਇੱਕ ਵਿਸ਼ੇਸ਼ ਢੰਗ ਨਾਲ ਠੀਕ ਕਰਨਾ ਵਾ। ਆਹ ਉੱਪਰ ਦਿੱਤੇ ਚਾਰੇ ਮੈਥਡ 'ਚੋਂ ਕੋਈ ਵੀ ਮੈਥਡ ਅਸੀਂ ਯੂਜ਼ ਨਹੀਂ ਕਰਨਾ। ਸੋ ਇਹਨੂੰ ਕਹਿੰਦੇ ਗਲਤੀਆਂ ਦੀ ਸੋਧ। ਹੁਣ ਆਪਾਂ ਇਹਦਾ ਪ੍ਰੋਪਰ ਮੀਨਿੰਗ ਦੇਖਦੇ ਹਾਂ ਵੀ ਇਹਦਾ ਮੀਨਿੰਗ ਕੀ ਆ ਗਲਤੀਆਂ ਦੀ ਸੋਧ ਦਾ। ਦੇਖੋ, ਲੇਖਾ ਵਿਧੀ ਦੌਰਾਨ ਹੋਈਆਂ ਗਲਤੀਆਂ ਨੂੰ ਸੋਧਣ ਤੋਂ ਭਾਵ ਗਲਤੀਆਂ ਦੇ ਪ੍ਰਭਾਵ ਨੂੰ ਇੱਕ ਵਿਸ਼ੇਸ਼ ਵਿਧੀ ਨਾਲ ਖਤਮ ਕਰਨ ਤੋਂ ਹੈ। ਗਲਤੀਆਂ ਦੀ ਸੋਧ ਗਲਤੀ ਦੀ ਪ੍ਰਕਿਰਤੀ ਅਨੁਸਾਰ ਸੋਧ ਦਾ ਲੇਖਾ ਕਰਕੇ ਕੀਤੀ ਜਾਂਦੀ ਹੈ। ਦੇਖੋ, ਇਹਦੇ ਵਿੱਚ ਅਸੀਂ ਜਦੋਂ ਗਲਤੀਆਂ ਨੂੰ ਸੋਧ ਕਰਨਾ ਤਾਂ ਅਸੀਂ ਕੀ ਕਰਨਾ, ਅਸੀਂ ਦੇਖਣਾ ਗਲਤੀ ਕਿਹੋ ਜਿਹੀ ਆ, ਉਸ ਗਲਤੀ ਦੇ ਅਕੋਰਡਿੰਗਲੀ ਅਸੀਂ ਉਸ ਗਲਤੀ ਦੀ ਸੋਧ ਕਰਨੀ ਆ। ਇਹਦੇ ਲਈ ਅਸੀਂ ਕੀ ਕਰਦੇ ਹਾਂ, ਇਹਦੇ ਲਈ ਸੰਬੰਧਿਤ ਖਾਤੇ 'ਤੇ ਗਲਤੀ ਦੇ ਪ੍ਰਭਾਵ ਨੂੰ ਦੇਖਦੇ ਹਾਂ ਅਤੇ ਉਸ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਇਸ ਤਰ੍ਹਾਂ ਸੋਧ ਦਾ ਲੇਖਾ ਕਰਦੇ ਹਾਂ ਵੀ ਜਿਹੜਾ ਗਲਤੀ ਦਾ ਪ੍ਰਭਾਵ ਖਤਮ ਹੋ ਜਾਵੇ। ਸੋ ਇਸ ਕਰਕੇ ਇੱਕ ਵਿਸ਼ੇਸ਼ ਅਤੇ ਪ੍ਰਮਾਣਿਤ ਵਿਧੀ ਕਿਹਾ ਜਾਂਦਾ ਇਹਨੂੰ। ਉਦਾਹਰਨ ਦੇ ਤੌਰ 'ਤੇ ਮੰਨ ਲਓ ਅਸੀਂ ਗੁੱਡਸ ਵੇਚੀਆਂ ਸੀ ਰਾਮ ਨੂੰ 500 ਰੁਪਈਏ ਦੀਆਂ, ਪਰ ਜਦੋਂ ਉਹਨੂੰ ਅਸੀਂ ਲਿਖਣ ਲੱਗੇ, ਐਂਟਰੀ ਕਰਨ ਲੱਗੇ, ਅਸੀਂ ਉਹ ਐਂਟਰੀ ਕਰਤੀ 50 ਰੁਪਈਏ ਨਾਲ। ਗੁੱਡਸ ਸੋਲਡ ਕਰਤੀਆਂ ਸੀ ਰਾਮ ਨੂੰ 500 ਦੇ ਨਾਲ, ਪਰ ਐਂਟਰੀ ਰਿਕਾਰਡ ਕਰਤੀ ਅਸੀਂ 50 ਰੁਪੀਜ਼ ਦੇ ਨਾਲ, 50 ਰੁਪਏ ਦੇ ਨਾਲ। ਹੁਣ ਰਾਮ ਅਕਾਊਂਟ ਡੈਬਿਟ ਹੋਣਾ ਸੀ ਟੂ ਸੇਲ, ਰਾਮ ਅਕਾਊਂਟ 500 ਨਾਲ ਡੈਬਿਟ ਹੋਣਾ ਸੀ, ਸੇਲ 500 ਨਾਲ ਕ੍ਰੈਡਿਟ ਹੋਣੀ ਸੀ। ਪਰ ਜਦੋਂ ਅਸੀਂ ਐਂਟਰੀ ਕੀਤੀ, ਅਸੀਂ ਪੂਰੀ ਐਂਟਰੀ ਦੇ ਵਿੱਚ ਹੀ 50 ਰੁਪਈਏ ਕਰ ਗਏ, ਯਾਨੀ ਰਾਮ ਟੂ ਸੇਲ ਅਸੀਂ ਕਰ ਗਏ 50 ਰੁਪਈਏ।
ਹੁਣ ਇਸ ਨੂੰ ਠੀਕ ਕਰਨ ਦੇ ਲਈ ਅਸੀਂ ਕੀ ਕਰਾਂਗੇ? 500 ਰੁਪਏ ਪੂਰੇ ਕਰਨ ਦੇ ਲਈ 50 ਰੁਪਏ ਤਾਂ ਅਸੀਂ ਰਾਮ ਦੇ ਅਕਾਊਂਟ 'ਚ ਪਾਤੇ, ਸੇਲ ਦੇ ਅਕਾਊਂਟ 'ਚ ਪਾਤੇ। ਹੁਣ 450 ਰੁਪਏ ਦੀ ਇੱਕ ਹੋਰ ਐਂਟਰੀ ਕਰ ਦੇਵਾਂਗੇ ਅਸੀਂ, ਰਾਮ ਟੂ ਸੇਲ। ਹੁਣ ਇਸ ਗਲਤੀ ਜਿਹੜੀ ਅਸੀਂ ਆ ਐਂਟਰੀ ਕਰਾਂਗੇ, ਇਹਨੂੰ ਰੈਕਟੀਫਾਈਡ ਐਂਟਰੀ ਕਹਿੰਦੇ ਆ। ਇਸ ਐਂਟਰੀ ਦੇ ਨਾਲ ਜਿਹੜੀ ਪਹਿਲੀ ਗਲਤੀ ਹੋਈ ਸੀ ਉਹ ਗਲਤੀ ਖਤਮ ਹੋ ਜਾਂਦੀ ਹੈ। ਸੋ ਇਹਨੂੰ ਕਹਿੰਦੇ ਆ ਰੈਕਟੀਫਿਕੇਸ਼ਨ ਆਫ ਐਰਰ। ਇਹਦੇ ਲਈ ਅਸੀਂ ਕੀ ਕੀਤਾ ਵਾ? ਇਹਦੇ ਲਈ ਅਸੀਂ ਜਿਵੇਂ ਅਸੀਂ ਪੜ੍ਹਿਆ ਸੀਗਾ ਵੀ ਦੋ ਵਿਧੀਆਂ ਦੇ ਵਿੱਚੋਂ ਅਸੀਂ ਪਹਿਲੀ ਵਿਧੀ ਸੋਧ ਦਾ ਲੇਖਾ ਕਰਕੇ, ਇਹ ਵਿਧੀ ਯੂਜ਼ ਕਰਕੇ ਅਸੀਂ ਰੈਕਟੀਫਿਕੇਸ਼ਨ ਆਫ ਐਰਰ ਕੀਤੀ ਹੈ। ਦੂਜਾ ਹੁੰਦਾ ਵਿਆਖਿਆ ਸਹਿਤ ਨੋਟ, ਆਪਾਂ ਅੱਗੇ ਕਰਾਂਗੇ। ਗਲਤੀਆਂ ਨੂੰ ਸੋਧਣ ਦੀ ਲੋੜ, ਉਦੇਸ਼ ਜਾਂ ਲਾਭ ਕੀ ਆ? ਕਿਉਂ ਅਸੀਂ ਗਲਤੀਆਂ ਦੀ ਸੋਧ ਆ ਜਿਹੜੀ ਉਹ ਕਰਨੀ ਹੈ? ਦੇਖੋ, ਗਲਤੀਆਂ ਨੂੰ ਸੋਧਣ ਦਾ ਮੁੱਖ ਉਦੇਸ਼ ਇਹ ਆ ਵੀ ਅਸੀਂ ਜਿਹੜੀ ਅਕਾਊਂਟਿੰਗ ਕਰਦੇ ਹਾਂ ਉਹ ਇਸ ਕਰਕੇ ਕਰਦੇ ਹਾਂ ਵੀ ਸਾਨੂੰ ਸਾਲ ਦੇ ਐਂਡ ਦੇ ਉੱਤੇ ਪ੍ਰੋਫਿਟ ਐਂਡ ਲਾਸ ਪਤਾ ਲੱਗੇ, ਫਾਈਨੈਂਸ਼ੀਅਲ ਪੋਜੀਸ਼ਨ ਪਤਾ ਲੱਗੇ, ਡੈਟਰ ਕ੍ਰੈਡੀਟਰ ਕਿੰਨੇ ਆ, ਸਭ ਪਤਾ ਲੱਗੇ। ਸੋ ਜੇ ਸਾਡੀ ਜਰਨਲ ਐਂਟਰੀਜ਼ ਹੀ ਗਲਤ ਆ ਤਾਂ ਸਾਨੂੰ ਰਿਕਾਰਡ ਤਾਂ ਸਹੀ ਮਿਲੂਗਾ ਨਹੀਂ। ਸੋ ਇਸ ਲਈ ਰੈਕਟੀਫਿਕੇਸ਼ਨ ਆਫ ਐਰਰ ਕੀਤੀ ਜਾਂਦੀ ਆ ਇਹਨਾਂ ਉਦੇਸ਼ਾਂ ਦੇ ਲਈ। ਸਭ ਤੋਂ ਪਹਿਲਾ ਉਦੇਸ਼ ਹੈਗਾ ਵਾ ਸਹੀ ਅਤੇ ਸ਼ੁੱਧ ਲੇਖਾ ਵਿਧੀ ਦੇ ਲਈ। ਸਹੀ ਅਤੇ ਸ਼ੁੱਧ ਲੇਖਾ ਵਿਧੀ ਲਈ, ਕਰੈਕਟ ਐਂਡ ਟਰੂ ਅਕਾਊਂਟਿੰਗ। ਸੋ ਜਦੋਂ ਅਸੀਂ ਸਾਲ ਦੇ ਦੌਰਾਨ ਲੇਖਾ ਕਰਦੇ ਹਾਂ ਤੇ ਜੇ ਉਹ ਸਹੀ ਨਹੀਂ ਹੁੰਦਾ ਤਾਂ ਤਿਆਰ ਕੀਤੀਆਂ ਕਿਤਾਬਾਂ ਵੀ ਸਹੀ ਤੇ ਸ਼ੁੱਧ ਨਹੀਂ ਹੋ ਸਕਦੀਆਂ। ਤੇ ਸਹੀ ਤੇ ਸ਼ੁੱਧ ਲੇਖਾ ਵਿਧੀ ਲਈ ਗਲਤੀਆਂ ਨੂੰ ਸੋਧਣ ਦੀ ਲੋੜ ਹੁੰਦੀ ਹੈ, ਇਸ ਕਰਕੇ ਰੈਕਟੀਫਿਕੇਸ਼ਨ ਕਰਨੀ ਜ਼ਰੂਰੀ ਹੈ। ਦੂਸਰਾ ਹੈਗਾ ਸਹੀ ਅਤੇ ਸ਼ੁੱਧ ਲਾਭ ਹਾਨੀ। ਇੱਕ ਸਾਲ ਦੌਰਾਨ ਹੋਏ ਲੈਣ ਦੇਣ ਦਾ ਜੇਕਰ ਸਹੀ ਲੇਖਾ ਨਹੀਂ ਕੀਤਾ ਜਾਵੇ ਤਾਂ ਜਿਵੇਂ ਆਪਾਂ ਉੱਪਰ ਪੜ੍ਹਿਆ ਵੀ ਕਿਤਾਬਾਂ ਸਹੀ ਅਤੇ ਸ਼ੁੱਧ ਨਹੀਂ ਹੋ ਸਕਦੀਆਂ। ਕਿਤਾਬਾਂ ਸਹੀ ਅਤੇ ਸ਼ੁੱਧ ਨਹੀਂ ਹੋ ਸਕਦੀਆਂ। ਜੇ ਕਿਤਾਬਾਂ ਸਹੀ ਅਤੇ ਸ਼ੁੱਧ ਨਹੀਂ ਹੈਗਾ ਤਾਂ ਲਾਭ ਹਾਨੀ ਵੀ ਸਹੀ ਅਤੇ ਲਾਭ ਹਾਨੀ ਵੀ ਸਹੀ ਅਤੇ ਸ਼ੁੱਧ ਨਹੀਂ ਹੋ ਸਕਦਾ। ਸੋ ਇਸ ਕਰਕੇ ਸਹੀ ਅਤੇ ਸ਼ੁੱਧ ਲਾਭ ਹਾਨੀ ਨੂੰ ਪਤਾ ਕਰਨ ਦੇ ਲਈ ਇਹਨਾਂ ਗਲਤੀਆਂ ਨੂੰ ਸੋਧਣ ਦੀ ਲੋੜ ਹੁੰਦੀ ਹੈ। ਤੀਸਰਾ ਆਬਜੈਕਟਿਵ ਆ ਵੀ ਇਹਨੂੰ ਅਸੀਂ ਕਿਉਂ ਕਰਦੇ ਹਾਂ? ਸਹੀ ਵਿੱਤੀ ਸਥਿਤੀ ਪਤਾ ਕਰਨ ਦੇ ਲਈ। ਜਿਸ ਤਰ੍ਹਾਂ ਸਾਲ ਦੇ ਅੰਤ ਵਿੱਚ ਤਿਆਰ ਕੀਤੀਆਂ ਕਿਤਾਬਾਂ ਅਤੇ ਪਤਾ ਕੀਤਾ ਲਾਭ ਹਾਨੀ ਸਹੀ ਤੇ ਸ਼ੁੱਧ ਨਹੀਂ ਹੋ ਸਕਦਾ ਜਦ ਤੱਕ ਅਸੀਂ ਗਲਤੀਆਂ ਦੀ ਸੋਧ ਨਹੀਂ ਕਰਦੇ, ਉਸੇ ਤਰ੍ਹਾਂ ਸਹੀ ਅਤੇ ਸ਼ੁੱਧ ਵਿੱਤੀ ਸਥਿਤੀ ਪਤਾ ਕਰਨ ਲਈ ਵੀ ਇਹਨਾਂ ਗਲਤੀਆਂ ਦੀ ਸੋਧ ਕਰਨੀ ਹੀ ਪੈਂਦੀ ਹੈ। ਚੌਥਾ ਹੈਗਾ ਪੂਰਾ ਲੇਖਾ ਕਰਨ ਦੇ ਲਈ, ਫੋਰ ਕੰਪਲੀਟ ਅਕਾਊਂਟਿੰਗ। ਦੇਖੋ ਇਹਦੇ ਵਿੱਚ ਕੀ ਆ ਵੀ ਜੇ ਹੁਣ ਅਸੀਂ ਲੈਣ ਦੇਣ ਲਿਖਦੇ ਪਏ ਤੇ ਉਹਦੇ ਵਿੱਚ ਇਹੋ ਜਿਹੀ ਗਲਤੀ ਹੋ ਗਈ ਵੀ ਅਸੀਂ ਇੱਕ ਜਰਨਲ ਐਂਟਰੀ ਨੂੰ, ਇੱਕ ਟ੍ਰਾਂਜੈਕਸ਼ਨ ਨੂੰ ਲਿਖਿਆ ਹੀ ਨਹੀਂ, ਉਹਦਾ ਲੈਣ ਦੇਣ ਦਾ ਲੇਖਾ ਕਰਨਾ ਭੁੱਲ ਹੀ ਗਏ, ਯਾਨੀ ਉਹ ਲੈਣ ਦੇਣ ਭੁੱਲ ਗਏ ਅਸੀਂ, ਤਾਂ ਜਿਹੜੀ ਲੇਖਾ ਵਿਧੀ ਆ ਉਹ ਹੁਣ ਅਧੂਰੀ ਰਹਿ ਜਾਊਗੀ। ਸੋ ਇਸ ਕਰਕੇ ਉਹਨੂੰ ਪੂਰਾ ਕਰਨ ਦੇ ਲਈ ਵੀ ਸਾਨੂੰ ਰੈਕਟੀਫਿਕੇਸ਼ਨ ਆਫ ਐਰਰ ਕਰਨਾ ਪੈਂਦਾ ਵਾ। ਉਸ ਤੋਂ ਬਾਅਦ ਆਉਂਦਾ ਵਾ ਸਿਧਾਂਤਾਂ ਅਨੁਸਾਰ ਲੇਖਾ ਵਿਧੀ। ਸਿਧਾਂਤ ਦੇ ਅਕੋਰਡਿੰਗਲੀ, ਅਕੋਰਡਿੰਗ ਟੂ ਪ੍ਰਿੰਸੀਪਲ, ਕਿਉਂਕਿ ਜਿਹੜੀ ਲੇਖਾ ਵਿਧੀ ਹੁੰਦੀ ਆ ਉਹ ਪ੍ਰਿੰਸੀਪਲ ਦੇ ਅਕੋਰਡਿੰਗਲੀ ਹੁੰਦੀ ਹੈ ਤੇ ਉਹੀ ਲੇਖਾ ਵਿਧੀ ਸਹੀ ਹੁੰਦੀ ਹੈ ਜਿਹੜੀ ਪ੍ਰਿੰਸੀਪਲ ਦੇ ਅਕੋਰਡਿੰਗਲੀ ਕੀਤੀ ਜਾਂਦੀ ਹੈ ਜਾਂ ਸਿਧਾਂਤਾਂ ਦੇ ਅਕੋਰਡਿੰਗਲੀ ਜਾਂ ਧਾਰਨਾਵਾਂ ਦੇ ਅਨੁਸਾਰ ਕੀਤੀ ਜਾਂਦੀ ਹੈ। ਪਰ ਕਈ ਵਾਰ ਕੀ ਹੁੰਦਾ ਵਾ ਵੀ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਆ ਜਿਹਨੂੰ ਐਰਰ ਆਫ ਪ੍ਰਿੰਸੀਪਲ ਕਹਿੰਦੇ ਆ, ਤੇ ਜੇ ਅਸੀਂ ਉਹ ਐਰਰ ਸਹੀ ਨਹੀਂ ਕਰਦੇ ਤਾਂ ਸਾਡੀ ਅਕਾਊਂਟਿੰਗ ਵੀ ਸਹੀ ਨਹੀਂ ਹੋਊਗੀ, ਯਾਨੀ ਕਿ ਉਹ ਪ੍ਰਮਾਣਿਤ ਨਹੀਂ ਹੋਊਗੀ।
ਹੁਣ ਇਹਨੂੰ ਸਹੀ ਕਰਨ ਦੇ ਲਈ ਇਹ ਸਹੀ ਤਾਂ ਹੀ ਹੋ ਸਕਦੀ ਆ ਜੇ ਕਿ ਸਾਲ ਦੇ ਅੰਤ ਵਿੱਚ ਇਹਨਾਂ ਗਲਤੀਆਂ ਦੀ ਸੋਧ ਕੀਤੀ ਜਾਵੇ, ਤਾਂ ਹੀ ਆਪਾਂ ਸਹੀ ਕਰ ਸਕਦੇ ਹਾਂ। ਹੁਣ ਨੈਕਸਟ ਆ ਜਾਂਦਾ ਆਪਣੇ ਕੋਲੇ ਵੀ ਇਹ ਜਿਹੜੀਆਂ ਗਲਤੀਆਂ ਵਾ ਇਹ ਹੁੰਦੀਆਂ ਕਿਉਂ, ਗਲਤੀਆਂ ਹੋਣ ਦੇ ਕਾਰਨ ਕੀ ਆ, ਕਾਜ਼ਸ ਆਫ ਐਰਰ ਇਨ ਅਕਾਊਂਟਿੰਗ। ਗਲਤੀਆਂ ਹੋਣ ਦੇ ਕੀ ਕਾਰਨ ਆ? ਦੇਖੋ, ਗਲਤੀਆਂ ਹੋਣ ਦੇ ਕਾਰਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਐਰਰ ਆਫ ਓਮਿਸ਼ਨ। ਓਮਿਸ਼ਨ ਇਨ ਰਿਕਾਰਡਿੰਗ, ਯਾਨੀ ਕਿ ਲੇਖਾ ਕਰਨਾ ਭੁੱਲ ਜਾਣਾ, ਇਹ ਸਭ ਤੋਂ ਪਹਿਲਾਂ ਵਾ। ਸਭ ਤੋਂ ਪਹਿਲਾਂ ਦਾ ਮਤਲਬ ਮੇਨ ਗਲਤੀ ਹੈ ਵੀ ਕਈ ਵਾਰ ਅਸੀਂ ਭੁੱਲ ਜਾਂਦੇ ਹਾਂ। ਸੈਕਿੰਡ ਹੈਗਾ ਵਾ ਰਕਮ ਗਲਤ ਲਿਖਣਾ, ਗਲਤ ਰਕਮ ਲਿਖਣਾ। 500 ਦੀ ਜਗ੍ਹਾ ਜਿਵੇਂ ਆਪਾਂ ਐਗਜ਼ਾਮਪਲ ਕੀਤੀ ਸੀ 50 ਰੁਪਏ ਲੈ ਕੇ ਜਾਣਾ, ਰਿਕਾਰਡਿੰਗ ਆਫ ਰੋਂਗ ਅਮਾਊਂਟ। ਤੀਜਾ ਹੈਗਾ ਇੱਕ ਖਾਤੇ ਦੀ ਰਕਮ ਨੂੰ ਦੂਜੇ ਖਾਤੇ ਵਿੱਚ ਖਤਿਆਉਣਾ, ਪੋਸਟਿੰਗ ਆਫ ਰੋਂਗ ਅਮਾਊਂਟ ਜਾਂ ਫਿਰ ਪੋਸਟਿੰਗ ਇਨ ਰੋਂਗ ਅਕਾਊਂਟ, ਤੇ ਅਕਾਊਂਟਸ ਕਰਨਾ ਸੀ ਆਪਾਂ ਅਕਾਊਂਟ। ਸਿਧਾਂਤਿਕ ਤੌਰ ਤੇ ਗਲਤ ਲੇਖਾ ਕਰਨਾ, ਐਰਰ ਆਫ ਪ੍ਰਿੰਸੀਪਲ। ਸਿਧਾਂਤਿਕ ਤੌਰ ਤੇ ਗਲਤ ਆ ਵੀ ਅਸੀਂ ਕੋਈ ਕੈਪੀਟਲ ਐਸੈਟ ਖਰੀਦੀ ਸੀ, ਉਹਨੂੰ ਅਸੀਂ ਰੈਵਨਿਊ ਮੰਨ ਲਿਆ। ਨੈਕਸਟ ਹੈਗਾ ਫਿਫਥ, ਕਿਸੇ ਖਾਤੇ ਦਾ ਗਲਤ ਜੋੜ ਲਗਾਉਣਾ, ਅਸੀਂ ਜੋੜ ਗਲਤ ਲਗਾ ਗਏ, ਜਾਂ ਕਿਸੇ ਖਾਤੇ ਦਾ ਬਕਾਇਆ ਗਲਤ ਅੱਗੇ ਲੈ ਜਾਣਾ। ਜਿਵੇਂ ਕਿ ਅਸੀਂ ਬੈਲੈਂਸ ਫਾਈਂਡ ਆਊਟ ਕੀਤਾ, ਬੈਲੈਂਸ ਆਇਆ 5000 ਰੁਪਏ, ਨੈਕਸਟ ਪੇਜ ਤੇ ਅਸੀਂ 500 ਰੁਪਏ ਲਿਖ ਗਏ ਜਾਂ 50000 ਰੁਪਏ ਲੱਗੇ, ਇਹਨੂੰ ਕਹਿੰਦੇ ਕੈਰੀ ਫਾਰਵਰਡ ਆਫ ਏ ਰੋਂਗ ਬੈਲੈਂਸ। ਦੈਨ ਕ੍ਰੈਡਿਟ ਬਕਾਇਆ ਨੂੰ ਡੈਬਿਟ ਬਕਾਏ ਵਿੱਚ ਲਿਖ ਲੈਣਾ, ਕੈਰੀ ਫਾਰਵਰਡ ਏ ਕ੍ਰੈਡਿਟ ਬੈਲੈਂਸ ਐਜ਼ ਡੈਬਿਟ ਬੈਲੈਂਸ। ਅਸੀਂ ਮੰਨ ਲਓ ਕਿਸੇ ਨੂੰ ਦੇਣੇ ਸੀ, ਅਸੀਂ ਲਿਖ ਲਏ ਲੈਣੇ ਆ, ਯਾਨੀ ਕਿ ਕ੍ਰੈਡਿਟ ਬੈਲੈਂਸ ਸੀ ਸਾਡੀ ਲਾਇਬਿਲਿਟੀ ਸੀ, ਅਸੀਂ ਜਦੋਂ ਨੈਕਸਟ ਪੇਜ ਤੇ ਲਿਖਿਆ ਅਸੀਂ ਉਹਨੂੰ ਐਸੈਟ ਮੰਨ ਗਏ, ਡੈਬਿਟ ਲਿਖ ਲਿਆ। ਡੈਬਿਟ ਬਕਾਏ ਨੂੰ ਕ੍ਰੈਡਿਟ ਲਿਖ ਲੈਣਾ, ਇਸ ਤੋਂ ਰਿਵਰਸ। ਸੋ ਇਹ ਦੋਨੇ ਹੋ ਗਏ। ਹੁਣ ਆਉਂਦਾ ਆਪਣੇ ਕੋਲ ਟੌਪਿਕ ਲੇਖਾ ਵਿਧੀ ਗਲਤੀਆਂ ਦੇ ਪ੍ਰਕਾਰ, ਟਾਈਪ ਆਫ ਅਕਾਊਂਟਿੰਗ ਐਰਰ। ਦੇਖੋ, ਇਹ ਮੇਨ ਟੌਪਿਕ ਆ। ਮੇਨ ਟੌਪਿਕ ਇਨ ਦਾ ਸੈਂਸ ਆ ਵੀ ਇਹਦੇ ਵਿੱਚੋਂ ਪੇਪਰ ਜ਼ਿਆਦਾਤਰ ਪੁੱਛਿਆ ਜਾਂਦਾ ਵਾ। ਗਲਤੀਆਂ ਨੂੰ ਉਹਨਾਂ ਦੀ ਪ੍ਰਕਿਰਤੀ ਦੇ ਆਧਾਰ ਤੇ ਅਸੀਂ ਹੇਠ ਲਿਖੇ ਅਨੁਸਾਰ ਬਣਦੇ ਹਾਂ। ਸੋ ਸਭ ਤੋਂ ਪਹਿਲਾਂ ਆਉਂਦੀ ਆ ਲੇਖੇ ਦੀਆਂ ਗਲਤੀਆਂ, ਭੁੱਲ ਚੁੱਕ ਦੀਆਂ ਗਲਤੀਆਂ। ਇਹਨੂੰ ਕਲੈਰੀਕਲ ਐਰਰ ਔਰ ਐਰਰ ਆਫ ਓਮਿਸ਼ਨ ਕਿਹਾ ਜਾਂਦਾ ਵਾ। ਸੋ ਭੁੱਲ ਚੁੱਕ ਦੀਆਂ ਗਲਤੀਆਂ ਦਾ ਮਤਲਬ ਇਹ ਆ ਅਸੀਂ ਲੇਖਾ ਕਰਨਾ ਭੁੱਲ ਗਏ, ਜਨਰਲ ਐਂਟਰੀ ਨੂੰ ਰਿਕਾਰਡ ਕਰਨਾ ਭੁੱਲ ਗਏ, ਪਾਈ ਹੋਈ ਨਹੀਂ ਐਂਟਰੀ, ਜਾਂ ਫਿਰ ਐਂਟਰੀ ਪਾ ਲਈ, ਉਹਨੂੰ ਨੈਕਸਟ ਕਿਸੇ ਅਕਾਊਂਟ 'ਚ ਪੋਸਟ ਕਰਨਾ ਭੁੱਲ ਗਏ। ਸੋ ਫਸਟ ਹੈਗਾ ਵੀ ਮੁੱਢਲੀਆਂ ਕਿਤਾਬਾਂ ਦੇ ਵਿੱਚ, ਪ੍ਰਾਇਮਰੀ ਬੁੱਕਸ ਦੇ ਵਿੱਚ। ਸੈਕਿੰਡ ਹੈਗਾ ਵਾ ਪੋਸਟਿੰਗ। ਦੋਨਾਂ 'ਚੋਂ ਕੋਈ ਵੀ ਇੱਕ ਚੀਜ਼ ਭੁੱਲ ਗਏ ਤਾਂ ਦੈਟ ਇਜ਼ ਟਾਈਪ ਆਫ ਐਰਰ ਇਜ਼ ਕਾਲਡ ਐਰਰ ਆਫ ਓਮਿਸ਼ਨ। ਸੋ ਉਹਨਾਂ ਨੂੰ ਕਲੈਰੀਕਲ ਐਰਰ ਜਾਂ ਐਰਰ ਆਫ ਓਮਿਸ਼ਨ ਕਿਹਾ ਜਾਂਦਾ ਵਾ। ਇਹ ਗਲਤੀ ਕੌਣ ਕਰਦਾ ਵਾ? ਇਹ ਗਲਤੀ ਜੋ ਅਕਾਊਂਟਿੰਗ ਕਰ ਰਿਹਾ ਹੈ, ਕਲਰਕ ਜਾਂ ਅਕਾਊਂਟੈਂਟ ਲੇਖਾਕਾਰ, ਉਹਨਾਂ ਤੋਂ ਇਹ ਗਲਤੀਆਂ ਹੋ ਜਾਂਦੀਆਂ ਵਾ। ਇਹਦੇ ਵਿੱਚ ਕੀ ਹੁੰਦਾ ਵਾ? ਇਹਦੇ ਵਿੱਚ ਇਹ ਆ ਵੀ ਜਾਂ ਤਾਂ ਲੈਣ ਦੇਣ ਪੂਰੀ ਤਰ੍ਹਾਂ ਹੀ ਰਹਿ ਜਾਂਦਾ ਵਾ, ਜਾਂ ਫਿਰ ਲੈਣ ਦੇਣ ਜਰਨਲ 'ਚ ਹੋ ਗਿਆ, ਜਦੋਂ ਉਹਦੀ ਨੈਕਸਟ ਅਸੀਂ ਪੋਸਟਿੰਗ ਕਰਨੀ ਹੁੰਦੀ ਆ, ਖਤਿਉਣੀ ਰਹਿ ਜਾਂਦੀ ਆ, ਤਾਂ ਉਹ ਰਹਿ ਜਾਵੇ। ਤੀਜਾ ਹੈਗਾ ਵਾ ਵੀ ਜਾਂ ਫਿਰ ਇਹ ਆ ਵੀ ਅਸੀਂ ਜਰਨਲ ਐਂਟਰੀ ਪਾਈ ਸੀ, ਉਸ ਜਰਨਲ ਐਂਟਰੀ 'ਚ ਅਕਾਊਂਟਸ ਆਇਆ ਸੀ ਨਵਾਂ, ਅਤੇ ਉਹ ਅਕਾਊਂਟ ਅਸੀਂ ਲੈਜਰ ਦੇ ਵਿੱਚ ਖੋਲ੍ਹਿਆ ਹੀ ਨਹੀਂ, ਯਾਨੀ ਬਣਾਉਣਾ ਹੀ ਰਹਿ ਗਿਆ। ਤੀਜਾ ਨੈਕਸਟ ਆ ਜਾਂਦਾ ਚੌਥਾ ਆਪਣੇ ਕੋਲੇ ਵੀ ਅਕਾਊਂਟ ਜਰਨਲ ਐਂਟਰੀ ਕਰ ਲਈ, ਅਕਾਊਂਟ ਵੀ ਬਣਾ ਲਿਆ, ਬੈਲੈਂਸ ਵੀ ਕੱਢ ਲਿਆ, ਪਰ ਉਹਨੂੰ ਤਲਪੜ ਦੇ ਵਿੱਚ ਟਰਾਇਲ ਬੈਲੈਂਸ 'ਚ ਲਿਖਣਾ ਰਹਿ ਗਿਆ। ਇਹ ਸਾਰੀਆਂ ਜਿਹੜੀਆਂ ਐਰਰਸ ਆ, ਇਹ ਐਰਰ ਆਫ ਓਮਿਸ਼ਨ। ਸੈਕਿੰਡ ਟਾਈਪ ਆਫ ਐਰਰ ਆਉਂਦੀ ਹੈ ਜੋੜ ਘਟਾਓ ਦੀਆਂ ਗਲਤੀਆਂ, ਐਰਰ ਆਫ ਐਡੀਸ਼ਨ ਐਂਡ ਸਬਟਰੈਕਸ਼ਨ। ਜੋੜ ਲਾਉਂਦੇ ਹਾਂ ਅਸੀਂ ਬੈਲੈਂਸ ਪਤਾ ਕਰਨ ਦੇ ਲਈ ਜਾਂ ਫਿਰ ਜਰਨਲ ਦਾ, ਤਾਂ ਉਸ ਦੌਰਾਨ ਵੀ ਕਈ ਗਲਤੀਆਂ ਹੋ ਜਾਂਦੀਆਂ ਵਾ। ਕਿਉਂ ਹੋ ਜਾਂਦੀਆਂ ਇਹ ਗਲਤੀਆਂ? ਦੇਖੋ, ਕਿਸੇ ਖਾਤੇ ਦਾ ਜੋੜ ਗਲਤ ਹੋ ਜਾਵੇ, ਜੋੜ ਗਲਤ ਹੋ ਜਾਣਾ, ਜਾਂ ਫਿਰ ਕਿਸੇ ਖਾਤੇ ਦਾ ਬਕਾਇਆ ਗਲਤ ਪਤਾ ਕਰ ਲਈਏ,
ਉਹਦੇ ਕਰਕੇ ਇਹ ਗਲਤੀਆਂ ਨੇ, ਇਹਨੂੰ ਜੋੜ ਘਟਾਓ ਦੀਆਂ ਗਲਤੀਆਂ ਕਹਿੰਦੇ ਆ। ਨੈਕਸਟ ਹੈਗਾ ਸਿਧਾਂਤ ਦੀਆਂ ਗਲਤੀਆਂ, ਐਰਰ ਆਫ ਪ੍ਰਿੰਸੀਪਲ। ਦੇਖੋ ਸਿਧਾਂਤ ਅਤੇ ਧਾਰਨਾਵਾਂ ਇਹ ਆਧਾਰ ਹੁੰਦਾ ਵਾ ਅਕਾਊਂਟਿੰਗ ਦਾ, ਜਰਨਲ ਐਂਟਰੀਜ਼ ਦਾ। ਅਸੀਂ ਜਦੋਂ ਜਰਨਲ ਐਂਟਰੀਜ਼ ਕਰਦੇ ਹਾਂ ਡਬਲ ਐਂਟਰੀ ਸਿਸਟਮ ਦੇ ਅਕੋਰਡਿੰਗਲੀ, ਤਾਂ ਕੁਝ ਪ੍ਰਿੰਸੀਪਲ ਫੋਲੋ ਕਰਦੇ ਹਾਂ, ਕੁਝ ਸਿਧਾਂਤ ਫੋਲੋ ਕਰਦੇ ਹਾਂ। ਕਈ ਵਾਰ ਜਾਂ ਤਾਂ ਸਾਨੂੰ ਇਹਨਾਂ ਸਿਧਾਂਤਾਂ ਦੀ ਜਾਣਕਾਰੀ ਨਹੀਂ ਹੁੰਦੀ, ਜਾਂ ਫਿਰ ਲਾਪਰਵਾਹੀ ਨਾਲ ਗਲਤੀਆਂ ਹੋ ਜਾਂਦੀਆਂ ਵਾ, ਜਿਹਦੇ ਕਾਰਨ ਤਲਪਟ ਤਾਂ ਪ੍ਰਭਾਵਿਤ ਨਹੀਂ ਹੁੰਦਾ, ਯਾਨੀ ਟ੍ਰਾਇਲ ਬੈਲੈਂਸ ਤਾਂ ਤੁਹਾਡਾ ਮਿਲ ਜਾਂਦਾ ਵਾ, ਪਰ ਲੇਖਾ ਵਿਧੀ ਗਲਤ ਹੋ ਜਾਂਦੀ ਆ, ਅਕਾਊਂਟਿੰਗ ਗਲਤ ਹੋ ਜਾਂਦੀ ਆ, ਅਤੇ ਉਹਨੂੰ ਫਿਰ ਪ੍ਰਮਾਣਿਤ ਨਹੀਂ ਕੀਤਾ ਜਾਂਦਾ ਟੈਕਸ ਅਥਾਰਟੀਜ਼ ਦੁਆਰਾ ਜਾਂ ਗਵਰਨਮੈਂਟ ਦੁਆਰਾ। ਇਸ ਤਰ੍ਹਾਂ ਸਿਧਾਂਤ ਦੀ ਗਲਤੀ ਦਾ ਤਲਪਟ ਤੋਂ ਪਤਾ ਨਹੀਂ ਚੱਲਦਾ ਕਿ ਗਲਤੀ ਕਿਵੇਂ ਹੋ ਜਾਂਦੀ ਹੈ। ਪਹਿਲਾ ਹੈਗਾ, ਜੇ ਕਿਸੇ ਪੂੰਜੀਗਤ ਖਰਚੇ ਦਾ ਰੈਵਨਿਊ ਖਰਚੇ ਦੀ ਤਰ੍ਹਾਂ ਲੇਖਾ ਕਰ ਲਿਆ ਜਾਵੇ। ਦੂਜਾ ਹੈਗਾ, ਸੰਪੱਤੀ ਦੀ ਖਰੀਦ ਨੂੰ ਜੇ ਮਾਲ ਦੀ ਖਰੀਦ ਦੀ ਤਰ੍ਹਾਂ ਲੇਖਾ ਕਰ ਲਿਆ ਜਾਵੇ। ਫੋਰਥ ਟਾਈਪ ਆਫ ਐਰਰ ਹੈਗੀ ਆ ਰਕਮ ਅਤੇ ਖਤੌਨੀ ਦੀਆਂ ਗਲਤੀਆਂ। ਦੇਖੋ ਐਰਰ ਆਫ ਅਮਾਊਂਟ ਐਂਡ ਪੋਸਟਿੰਗ, ਨਾਮ ਤੋਂ ਕਲੀਅਰ ਆ, ਜਾਂ ਤੁਸੀਂ ਅਮਾਊਂਟ ਗਲਤ ਲਿਖ ਗਏ ਜਾਂ ਤੁਸੀਂ ਪੋਸਟਿੰਗ ਗਲਤ ਕਰ ਗਏ। ਜਰਨਲ ਯਾਨੀ ਰੋਜ਼ਨਾਮਚਾ ਅਤੇ ਸਹਾਇਕ ਬਈਆਂ ਸਬਸਿਡਰੀ ਬੁੱਕਸ, ਇਹਨਾਂ ਵਿੱਚ ਜਦੋਂ ਅਸੀਂ ਲੈਣ ਦੇਣ ਕਰਦੇ ਹਾਂ ਤਾਂ ਇਹਨਾਂ ਤੋਂ ਬਾਅਦ ਇਹਨਾਂ ਲੈਣ ਦੇਣਾਂ ਦੀ ਖਤੌਨੀ ਕਰਦੇ ਹਾਂ, ਯਾਨੀ ਅਸੀਂ ਪੋਸਟਿੰਗ ਕਰਦੇ ਹਾਂ ਕਿੱਥੇ, ਲੈਜਰ ਦੇ ਵਿੱਚ। ਸੋ ਜਦੋਂ ਅਸੀਂ ਖਤੌਨੀ ਕਰਦੇ ਹਾਂ ਤਾਂ ਕਈ ਵਾਰ ਤਾਂ ਗਲਤ ਰਕਮ ਲਿਖੀ ਜਾਂਦੀ ਆ, ਜਾਂ ਫਿਰ ਖਤੌਨੀ ਆ ਉਹ ਗਲਤ ਪੱਖ ਵਿੱਚ ਹੋ ਜਾਂਦੀ ਆ। ਇਸ ਤਰ੍ਹਾਂ ਇਹ ਗਲਤੀ ਹੋ ਸਕਦੀ ਆ। ਇਹਦੇ ਵਿੱਚ ਕੀ ਹੁੰਦਾ ਵਾ, ਕਿਸੇ ਇੱਕ ਖਾਤੇ ਦੀ ਰਕਮ ਕਿਸੇ ਹੋਰ ਖਾਤੇ ਵਿੱਚ ਲਿਖ ਲੈਂਦੇ ਹਾਂ ਅਸੀਂ। ਦੂਜਾ ਹੈਗਾ ਵਾ ਰਕਮ ਦੇ ਅੰਕ ਉਲਟ ਪੁਲਟ ਹੋ ਜਾਂਦੇ ਆ, ਜਿਵੇਂ 25 ਲਿਖਣਾ ਸੀ 52 ਲਿਖ ਗਏ, 550 ਲਿਖਣਾ ਸੀਗਾ 505 ਲਿਖ ਗਏ। ਰਕਮ ਵਿੱਚ ਅੰਕ ਵੱਧ ਜਾਂ ਘੱਟ ਲਿਖਦੇ ਨੇ, ਜਿਵੇਂ 500 ਲਿਖਣਾ ਸੀ 5000 ਲਿਖ ਗਏ, ਠੀਕ ਆ, 2500 ਲਿਖਣਾ ਸੀ 250 ਲਿਖ ਗਏ। ਖਾਤੇ ਵਿੱਚ ਰਕਮ 2 ਵਾਰ ਲਿਖ ਦੇਣਾ, ਖਤਿਆਉਣਾ, 2 ਵਾਰ ਦਾ ਮਤਲਬ ਐਂਟਰੀ ਪਾਉਂਦੇ ਪਏ ਸੀ, 2 ਵਾਰ ਪਾ ਗਏ ਐਂਟਰੀ ਅਸੀਂ, ਪੂਰੀ ਦੀ ਪੂਰੀ ਰਕਮ ਗਲਤ ਲਿਖਣਾ ਸੀਗਾ 4300, ਪਤਾ ਨਹੀਂ ਕਿੱਥੋਂ 2500 ਰੁਪਈਆ ਲਿਖ ਗਏ ਅਸੀਂ। ਸੋ ਇਸ ਤਰ੍ਹਾਂ ਨੈਕਸਟ ਆਉਂਦੀ ਹੈ ਸਾਡੇ ਕੋਲੇ ਕਮੀ ਪੂਰਾ ਕਰਨ ਵਾਲੀਆਂ ਅਸ਼ੁੱਧੀਆਂ, ਕੰਪਨਸੇਟਿੰਗ ਐਰਰ। ਇਹ ਕੀ ਐਰਰ ਹੁੰਦੀ ਹੈ, ਜਦੋਂ ਸਾਡੇ ਖਾਤੇ ਦੇ ਵਿੱਚ ਗਲਤੀ ਹੋ ਗਈ ਉਹਨੂੰ ਠੀਕ ਕਰਨ ਦੇ ਲਈ ਜਿਹੜੀ ਅਸੀਂ ਐਂਟਰੀ ਕਰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਕਮੀ ਪੂਰਾ ਕਰਨ ਵਾਲੀ ਅਸ਼ੁੱਧੀ, ਯਾਨੀ ਕਿ ਕੰਪਨਸੇਟਿੰਗ ਐਰਰ। ਸੋ ਕਈ ਵਾਰ ਲੇਖਾ ਵਿਧੀ ਦੌਰਾਨ 2 ਜਾਂ 2 ਤੋਂ ਵੱਧ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਜੋ ਇੱਕ ਦੂਜੇ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਸਮਾਯੋਜਿਤ ਕਰਦੀਆਂ ਹਨ ਕਿ ਉਹਨਾਂ ਗਲਤੀਆਂ ਦੇ ਬਾਵਜੂਦ ਵੀ ਤਲਪਟ ਦਾ ਮਿਲਾਨ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਕਮੀ ਪੂਰਾ ਕਰਨ ਵਾਲੀਆਂ ਅਸ਼ੁੱਧੀਆਂ ਕਿਹਾ ਜਾਂਦਾ ਹੈ। ਸੋ ਧਿਆਨ ਨਾਲ ਸਮਝੋ, ਇੱਕ ਐਂਟਰੀ ਗਲਤ ਹੋਈ ਸੀ, ਫਿਰ ਇੱਕ ਐਂਟਰੀ ਹੋਰ ਹੋ ਗਈ, ਦੂਸਰੀ ਐਂਟਰੀ, ਉਹਨੇ ਪਹਿਲੀ ਐਂਟਰੀ ਦੀ ਗਲਤੀ ਨੂੰ ਠੀਕ ਕਰਤਾ, ਤਾਂ ਜਿਹੜੀ ਦੂਸਰੀ ਐਂਟਰੀ ਆ ਉਹਨੂੰ ਕੰਪਨਸੇਟਿੰਗ ਐਂਟਰੀ ਕਿਹਾ ਜਾਊਗਾ, ਕਮੀ ਪੂਰਾ ਕਰਨ ਵਾਲੀ ਅਸ਼ੁੱਧੀ ਕਿਹਾ ਜਾਊਗਾ। ਜਿਵੇਂ ਹੁਣ ਇਹ 'ਚ ਉਦਾਹਰਣ ਲਿਖੀ ਆ, ਦੇਖੋ ਇਹ ਆਪਣੇ ਆਪ ਘੱਟ ਹੀ ਹੁੰਦੀ ਆ, ਇਹ ਆਪਾਂ ਕਰਦੇ ਹਾਂ ਇਹਨੂੰ ਸਹੀ ਕਰਨ ਦੇ ਲਈ। ਉਦਾਹਰਣ, 1000 ਰੁਪਏ ਦੀ ਖਰੀਦ ਸੰਬੰਧੀ ਖਾਤਾ 100 ਰੁਪਏ ਨਾਲ ਡੈਬਿਟ ਹੋ ਗਿਆ, ਯਾਨੀ ਕਿ ਅਸੀਂ 1000 ਦੀ ਪਰਚੇਜ਼ ਕੀਤੀ ਸੀ, ਪਰਚੇਜ਼ ਟੂ ਕੈਸ਼ ਆਉਣਾ ਸੀ, ਪਰ ਐਂਟਰੀ ਹੋਊਗੀ ਪਰਚੇਜ਼ ਟੂ ਕੈਸ਼ 100 ਰੁਪੀਜ਼ ਦੇ ਨਾਲ। ਇਸ ਤਰ੍ਹਾਂ ਖਰੀਦ ਖਾਤੇ ਵਿੱਚ ਪਰਚੇਜ਼ ਅਕਾਊਂਟ ਅਤੇ ਟ੍ਰਾਇਲ ਬੈਲੈਂਸ ਦੇ ਵਿੱਚ 900 ਦਾ ਫਰਕ ਪੈ ਗਿਆ। ਹੁਣ ਟ੍ਰਾਇਲ ਬੈਲੈਂਸ ਦੇ ਵਿੱਚ ਫਰਕ ਤਾਂ ਪਊਗਾ ਜੇ ਸਿਰਫ ਪਰਚੇਜ਼ ਅਕਾਊਂਟ 'ਚ ਅਸੀਂ 100 ਲਿਖਿਆ ਵਾ, ਕੈਸ਼ 'ਚ 1000 ਲਿਖਿਆ ਵਾ, ਯਾਨੀ ਕਿ ਸਿਰਫ ਐਰਰ ਹੋਈ ਆ ਪਰਚੇਜ਼ ਅਕਾਊਂਟ ਦੇ ਵਿੱਚ। ਸੋ ਸਾਡੇ ਟ੍ਰਾਇਲ ਬੈਲੈਂਸ 'ਚ 900 ਦਾ ਫਰਕ ਪੈ ਜੂਗਾ। ਅਤੇ ਇੱਕ ਹੋਰ ਐਂਟਰੀ ਲਈ ਐਗਜ਼ਾਮਪਲ ਅਸੀਂ 2000 ਰੁਪਏ ਦੀ ਵਿਕਰੀ ਦੇ ਲੇਖੇ ਦੀ ਖਤਿਆਉਣੀ ਸਮੇਂ, ਯਾਨੀ ਅਸੀਂ ਸੇਲ ਕੀਤੀ ਸੀ 2000 ਰੁਪੀਜ਼ ਦੀ, ਗਲਤੀ ਨਾਲ
ਸੇਲ 1100 ਨਾਲ ਕ੍ਰੈਡਿਟ ਹੋ ਗਈ। ਕੈਸ਼ ਟੂ ਸੇਲ ਆਣੀ ਸੀ, ਕੈਸ਼ ਸਹੀ ਆ 2000 ਪਰ ਸੇਲ 1100 ਨਾਲ ਰਿਕਾਰਡ ਹੋ ਗਈ। ਇਸ ਤਰ੍ਹਾਂ ਸੇਲ ਅਕਾਊਂਟ ਯਾਨੀ ਵਿਕਰੀ ਖਾਤੇ ਅਤੇ ਤਲਪੜ ਵਿੱਚ 900 ਰੁਪਏ ਕ੍ਰੈਡਿਟ ਦਾ ਫਰਕ ਪੈ ਗਿਆ। ਸੇਲ ਅਕਾਊਂਟ ਦੇ ਵਿੱਚ 900 ਦਾ ਫਰਕ ਪੈ ਗਿਆ, ਘੱਟ ਕ੍ਰੈਡਿਟ ਹੋਈ। ਉੱਪਰ ਜਦੋਂ ਦੇਖਦੇ ਹਾਂ ਖਰੀਦ ਖਾਤਾ ਪਰਚੇਜ਼ ਅਕਾਊਂਟ 900 ਰੁਪਏ ਨਾਲ ਘੱਟ ਡੈਬਿਟ ਹੋਇਆ ਸੀ, ਸੇਲ ਅਕਾਊਂਟ 900 ਨਾਲ ਘੱਟ ਕ੍ਰੈਡਿਟ ਹੋਇਆ। ਸੋ ਇਸ ਤਰ੍ਹਾਂ ਇੱਕ ਦਾ ਜੋੜ ਦੂਜੇ ਦੇ ਜੋੜ ਨੂੰ ਕੈਂਸਲ ਕਰ ਦਿੰਦਾ, ਡੈਬਿਟ ਨੇ ਕ੍ਰੈਡਿਟ ਨੂੰ ਕੈਂਸਲ ਕਰਦਾ, ਟ੍ਰਾਇਲ ਬੈਲੈਂਸ ਦਾ ਮਿਲਾਨ ਹੋ ਗਿਆ। ਯਾਨੀ ਕਿ ਫਰਕ ਤਾਂ 900 ਦਾ ਹੈਗਾ ਦੋਨੇ ਪੱਖਾਂ ਦੇ ਵਿੱਚ, ਦੋਨੇ ਸਾਈਡਸ ਤੇ, ਪਰ ਤਲਪੜ ਦਾ ਮਿਲਾਨ ਹੋ ਰਿਹਾ। ਸੋ ਅੱਜ ਆਪਾਂ ਇਹੀ ਇੱਥੇ ਤੱਕ ਹੀ ਕਵਰ ਕਰਨਾ ਸੀ। ਸੋ ਆਪਣਾ ਅੱਜ ਦਾ ਟੌਪਿਕ ਨੈਕਸਟ ਲੈਕਚਰ ਦੇ ਵਿੱਚ ਅਸੀਂ ਅੱਗੇ ਕਰਾਂਗੇ। ਥੈਂਕ ਯੂ ਵੈਰੀ ਮੱਚ।